ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 14 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-03। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਐਡਮਿਨਿਸਟ੍ਰੇਸ਼ਨ ਦੇ ਵਿੱਚ RFK ਜੂਨੀਅਰ ਉਹਨਾਂ ਨੂੰ ਹੈਲਥ ਤੇ ਹਿਊਮਨ ਸਰਵਿਸਿਜ਼ ਦਾ ਹੈਡ ਉਹ ਪਿਕ ਕੀਤਾ ਹੈਗਾ। ਜੋ ਰੋਬਰਟ F. ਕੈਨੇਡੀ ਜੂਨੀਅਰ ਆ, ਉਹ ਕਾਫੀ ਕੰਟਰੋਵਰਸ਼ੀਅਲ ਆ ਇਸ ਮਾਮਲੇ ਦੇ ਵਿੱਚ, ਖਾਸ ਕਰਕੇ ਵੈਕਸੀਨ ਨੂੰ ਲੈ ਕੇ ਉਹਦੇ ਹੱਕ 'ਚ ਨਹੀਂ ਹੈ। ਉਹਨਾਂ ਦੇ ਮੈਡੀਸਿਨ ਦਵਾਈਆਂ ਪ੍ਰਤੀ ਵੀ ਜਿਹੜੇ ਵਿਚਾਰ ਆ ਅਨਆਰਥੋਡਾਕਸ ਹੈਗੇ ਆ। ਉਹਨਾਂ ਦੇ ਨਾਮ ਅਨਾਊਂਸ ਕਰਨ ਤੋਂ ਬਾਅਦ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਆ, ਉਹਨਾਂ ਦੇ ਜਿਹੜੇ ਖਾਸ ਕਰਕੇ ਜਿਹੜੇ ਵੈਕਸੀਨ ਬਣਾਉਂਦੀਆਂ ਕੰਪਨੀਆਂ, ਉਹਨਾਂ ਦੇ ਸਟਾਕ ਅੱਜ ਕਾਫੀ ਥੱਲੇ ਡਿੱਗੇ ਹੈਗੇ ਆ। ਸੋ ਟਰੰਪ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਮੀਡੀਆ ਜੋ ਆ ਉੱਥੇ ਸਟੇਟਮੈਂਟ ਲਾਈ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਗੋਲਡ ਸਟੈਂਡਰਡ ਸਾਇੰਟੀਫਿਕ ਰਿਸਰਚ ਤੇ ਟਰਾਂਸਪੇਰੈਂਸੀ, ਇਹ ਜਿਹੜੀਆਂ ਕਰੋਨਿਕ ਡਿਸੀਜ਼ਸ ਆ ਜਾਂ ਕਰੋਨਿਕ ਡਿਸੀਜ਼ ਐਪੀਡੈਮਿਕ ਹੈਗਾ, ਉਹਨਾਂ ਨੂੰ ਖਤਮ ਕਰਨ ਦੇ ਲਈ ਜੋ ਕੈਨੇਡੀ ਆ ਉਹ ਸਭ ਤੋਂ ਵਧੀਆ ਕੈਂਡੀਡੇਟ ਹੈਗੇ ਜੀ। ਸੋ ਇਹ ਵੀ ਦੱਸਦੀ ਜਾਈਏ, ਜੇ ਮਿਸਟਰ ਕੈਨੇਡੀ ਕਨਫਰਮ ਹੁੰਦੇ ਆ ਤੇ ਉਹਨਾਂ ਦੇ ਕੋਲ ਹੈਲਥ ਤੇ ਹਿਊਮਨ ਸਰਵਿਸਿਜ਼ ਦੀਆਂ ਜਿਹੜੀ ਡਿਪਾਰਟਮੈਂਟਸ ਆ, 13 ਡਿਵੀਜ਼ਨਸ ਆ, 100 ਤੋਂ ਵੱਧ ਪ੍ਰੋਗਰਾਮ ਆ, 80,000 ਤੋਂ ਵੱਧ ਜਿਹੜੇ ਇੰਪਲਾਈਜ਼ ਆ। ਜੀ ਬਿਲਕੁਲ। ਸੋ ਵੱਡੇ ਪੱਧਰ ਦੇ ਉੱਤੇ ਬਹੁਤ ਸਾਰੇ ਜਿਹੜੇ ਮਹਿਕਮਿਆਂ ਦੇ ਵਿੱਚ ਚੇਂਜਸ, ਜਿਹੜੀਆਂ ਤਬਦੀਲੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਬਹੁਤ ਸਾਰੇ ਜਿਹੜੇ ਅਨਆਰਥੋਡਾਕਸ ਕਹਿ ਲਓ ਵੀ ਉਹ ਲੋਕ ਜਿਹੜੇ ਉਹਨਾਂ ਨੇ ਆਪਣੇ ਪ੍ਰਸ਼ਾਸਨ ਦੇ ਵਿੱਚ, ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁਣ ਜਿਹੜੇ ਡੋਨਲਡ ਟਰੰਪ ਹੁਣੀ ਰੱਖ ਰਹੇ ਹੈਗੇ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਆ। ਲੋਕ ਖਾਸੇ ਜਿਹੜੇ ਇਸ ਦੇ ਵਿੱਚ ਪਰੇਸ਼ਾਨ ਆ, ਚਾਹੇ ਉਹ ਘਰਾਂ ਦੇ ਇੰਸ਼ੋਰੈਂਸ ਨੇ ਤੇ ਚਾਹੇ ਉਹ ਆਟੋ ਇੰਸ਼ੋਰੈਂਸ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਵੱਡੇ ਚੇਂਜਸ ਇੰਸ਼ੋਰੈਂਸ ਰੈਗੂਲੇਸ਼ਨ ਦੇ ਵਿੱਚ ਆ ਸਕਦੇ ਨੇ। ਕਹਿੰਦੇ ਵੀ ਇੱਕ ਗੇਮ ਚੇਂਜਿੰਗ ਰੈਗੂਲੇਸ਼ਨ ਆ, ਜਿਹਦੇ ਨਾਲ ਕੈਲੀਫੋਰਨੀਆ ਦੇ ਹੋਮ ਓਨਰਸ ਨੂੰ ਅਗਲੇ ਸਾਲ ਦੇ ਮੱਧ ਤੱਕ ਕੁਛ ਰਿਲੀਫ ਆ ਉਹ ਮਿਲ ਸਕਦੀ ਆ। ਇੰਸ਼ੋਰੈਂਸ ਦੇ ਅਧਿਕਾਰੀ ਕਹਿੰਦੇ ਵੀ ਫਸਟ ਆਫ ਇਟਸ ਕਾਈਂਡ ਰੈਗੂਲੇਸ਼ਨ ਉਹ ਹੋਊਗੀ। ਕਹਿੰਦੇ ਵੀ 30 ਸਾਲ ਪੁਰਾਣੇ ਜਿਹੜੇ ਇੰਸ਼ੋਰੈਂਸ ਰੂਲਸ ਆ, ਉਹਨਾਂ ਵਿੱਚ ਅਸੀਂ ਤਬਦੀਲੀਆਂ ਕਰਨ ਜਾ ਰਹੇ ਹਾਂ। ਰਿਕਾਰਡੋ ਲਾਰਾ ਜੋ ਇੰਸ਼ੋਰੈਂਸ ਕਮਿਸ਼ਨਰ ਨੇ ਕੈਲੀਫੋਰਨੀਆ ਦੇ, ਉਹਨਾਂ ਨੂੰ ਬਹੁਤ ਜ਼ਿਆਦਾ ਹੀਟ ਦਾ ਸਾਹਮਣਾ ਕਰਨਾ ਪੈ ਰਿਹਾ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦੇ ਹਾਲਾਤਾਂ ਨੂੰ ਲੈ ਕੇ। ਉਹਨਾਂ ਨੇ ਕੀਤਾ ਵੀ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਜਿਹੜੀ ਲੇਟੈਸਟ ਵਾਈਲਡ ਫਾਇਰ ਕੈਟਾਸਟ੍ਰੋਫ ਮਾਡਲਿੰਗ ਰੈਗੂਲੇਸ਼ਨ ਆ, ਉਸ ਨੂੰ ਅਪਰੂਵਲ ਦੇ ਲਈ ਘੱਲਿਆ ਆ। ਕਹਿੰਦੇ ਵੀ ਜੇ ਇਹ ਅਪਰੂਵ ਹੋ ਜਾਂਦੀ ਆ ਤਾਂ ਇੰਸ਼ੋਰਰਸ ਨੂੰ ਇਹ ਰਿਕੁਆਇਰਮੈਂਟ ਹੋਊਗੀ ਵੀ ਉਹ ਕਵਰੇਜ ਕਮਿਟਮੈਂਟ ਜਿਹੜੇ ਅੰਡਰ ਸਰਵਡ ਏਰੀਆਜ਼ ਆ ਉਹਦੇ ਵਿੱਚ ਜਿਹੜੀ ਉਹ ਦੇਣ, ਜੇ ਕੈਟਾਸਟ੍ਰੋਫਿਕ ਮਾਡਲਿੰਗ ਰੇਟ ਮੇਕਿੰਗ ਦੇ ਲਈ ਉਸ ਨੂੰ ਉਹ ਵਰਤਣਾ ਚਾਹੁੰਦੇ ਨੇ। ਸੋ ਇਸ ਰੈਗੂਲੇਸ਼ਨ ਦੇ ਨਾਲ ਇੰਸ਼ੋਰੈਂਸ ਕੰਪਨੀਜ਼ ਕਹਿੰਦੇ ਵੀ ਜਿਹੜੀ ਡਾਟਾ ਆ ਉਸ ਦੀ ਵਰਤੋਂ ਜਿਹੜੀ ਉਹਨਾਂ ਨੂੰ ਕਰਨੀ ਪਊਗੀ, ਜਿਹੜੀ ਵਾਈਲਡ ਫਾਇਰ ਮਿਟੀਗੇਸ਼ਨ ਆ ਉਸ ਦੀ ਜਿਹੜੇ ਬੈਨੀਫਿਟਸ ਲੈਣ ਦੇ ਲਈ। ਸੋ ਇਹ ਹੁਣ ਇਹ ਤਾਂ ਇਸ ਨੂੰ ਆਪਣੇ ਪੱਧਰ ਦੇ ਉੱਤੇ ਗੇਮ ਚੇਂਜਰ ਜਿਹੜਾ ਉਹ ਕਹਿ ਰਹੇ ਆ, ਪਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਕਿ ਪ੍ਰੀਮੀਅਮ ਤਾਂ ਵਧਾਉਣਾ ਚਾਹੁੰਦੀਆਂ ਆ, ਕੀ ਉਹ ਉਸ ਦੇ ਵਿੱਚ ਅੰਡਰਸਰਵਡ ਏਰੀਆ ਦੇ ਵਿੱਚ
ਕੈਟਾਸਟ੍ਰੋਫਿਕ ਇੰਸ਼ੋਰੈਂਸ ਜਿਹੜੀ ਉਹ ਦੇਣਾ ਚਾਹੁਣਗੇ ਵਾਈਲਡ ਫਾਇਰ ਦੇ ਨਾਲ। ਇਹ ਹੁਣ ਨਵੇਂ ਜਿਹੜਾ ਇੱਕ ਸਿੰਘ ਫਸਣ ਦਾ ਜਿਹੜਾ ਮੈਨੂੰ ਲੱਗਦਾ ਵੀ ਏਰੀਆ ਹਰਜੋਤ ਸਿੰਘ ਜੀ ਬਣ ਜਾਊਗਾ। ਇਹ ਜਿਹੜੇ ਗੇਮ ਚੇਂਜਰ, ਸੋ ਕਾਲਡ ਗੇਮ ਚੇਂਜਰ ਰਿਫਾਰਮ ਆ, ਇਸ ਦੇ ਨਾਲ ਵਾਕਿਆ ਹੀ ਕੋਈ ਅਸਰ ਪੈਣ ਜਾ ਰਿਹਾ ਹੈ ਕਿ ਨਹੀਂ, ਇਹ ਹੁਣ ਆਉਂਦਾ ਸਮਾਂ ਦੱਸੂਗਾ। ਪਰ ਇੱਕ ਵੱਡਾ ਚੇਂਜ ਖਾਸ ਕਰਕੇ ਇਹਨਾਂ ਰਿਕੁਆਇਰਮੈਂਟਸ ਨੂੰ ਲੈ ਕੇ ਕੀਤਾ ਜਾ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਜਿਹੜੀ ਸਾਡੀ ਗੋਲਡਨ ਸਟੇਟ ਹੈਗੀ ਆ, ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵੰਬਰ ਦਾ ਮਹੀਨਾ ਆ, ਉਸ ਨੂੰ ਸਿੱਖ ਅਮਰੀਕਨ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਕਰਕੇ ਜਾਣਿਆ ਜਾਂਦਾ ਆ। ਇਸ ਮਹੀਨੇ, ਇਸ ਸਾਲ 13 ਸਾਲ ਹੋ ਗਏ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਸਿੱਖ ਅਮਰੀਕਨ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਮਨਾਉਂਦਿਆਂ ਨੂੰ। ਬਹੁਤ ਸਾਰੇ ਜਿਹੜੇ ਸਿਟੀਜ਼ ਆ, ਸ਼ਹਿਰਾਂ ਦੇ ਮੇਅਰ ਆ, ਉਹ ਪ੍ਰੋਕਲਾਮੇਸ਼ਨ ਦਿੰਦੇ ਹੈਗੇ ਆ ਸਿੱਖਾਂ ਨੂੰ। ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸਿੱਖ ਕਲਚਰ ਬਾਰੇ, ਸਿੱਖ ਰਿਲੀਜਨ ਬਾਰੇ ਜਿਹੜਾ ਟੀਚ ਕੀਤਾ ਜਾਂਦਾ ਇਸ ਮਹੀਨੇ ਦੇ ਵਿੱਚ। ਆਪਣੇ ਲੋਕ ਵੀ ਆਪਣੇ ਆਂਢੀਆਂ ਗੁਆਂਢੀਆਂ ਨੂੰ, ਦੋਸਤਾਂ ਮਿੱਤਰਾਂ, ਰਿਸ਼ਤੇਦਾਰ ਜਿਹੜੇ ਹੋਰ ਨੌਨ ਸਿੱਖ ਹੈਗੇ ਆ, ਉਹਨਾਂ ਨੂੰ ਆਪਣੇ ਟ੍ਰੈਡੀਸ਼ਨਸ ਬਾਰੇ, ਆਪਣੇ ਧਰਮ ਬਾਰੇ ਜਿਹੜੇ ਦੱਸਦੇ ਹੈਗੇ ਆ। ਸੋ ਇਹ ਇੱਕ ਵਧੀਆ ਗੱਲ ਆ। ਕੈਲੀਫੋਰਨੀਆ ਤੋਂ ਬਾਅਦ ਵੀ ਹੋਰ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ, ਉਹਨਾਂ ਦੇ ਕਈ ਸਟੇਟਾਂ ਦੇ ਵਿੱਚ ਵੀ ਇਸ ਮਹੀਨੇ ਨੂੰ ਸਿੱਖ ਅਵੇਅਰਨੈਸ ਮੰਥ ਕਰਕੇ ਮਨਾਇਆ ਜਾਂਦਾ ਹੈਗਾ ਆ। ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਇਸ ਇਸ਼ੂ ਦੇ ਉੱਤੇ ਕੰਮ ਕੀਤਾ ਸੀ ਭਈ ਜਿਹੜਾ ਸਿੱਖ ਅਵੇਅਰਨੈਸ ਮੰਥ ਆ ਉਸ ਨੂੰ ਮਨਾਇਆ ਜਾਵੇ, ਤਾਂ ਕਿ ਜਿਹੜੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਹੈਗੇ ਆ, ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਸਿੱਖ ਧਰਮ ਦੇ ਬੱਚੇ ਆ ਉਹ ਪਟਕਾ ਕਿਉਂ ਪਾਉਂਦੇ ਆ, ਕੀ ਇਹਨਾਂ ਦਾ ਕਲਚਰ ਆ, ਕੀ ਇਹਨਾਂ ਦਾ ਧਰਮ ਹੈਗਾ। ਸੋ ਜਿੱਥੇ ਜਿੱਥੇ ਵੀ ਤੁਹਾਡੇ ਬੱਚੇ ਪੜ੍ਹਦੇ ਸਕੂਲਾਂ 'ਚ, ਜ਼ਰੂਰ ਟੀਚਰ ਨੂੰ ਦੱਸੋ ਵੀ ਇਹ ਸਿੱਖ ਅਵੇਅਰਨੈਸ ਤੇ ਐਪਰੀਸ਼ੀਏਸ਼ਨ ਮੰਥ ਹੈਗਾ। ਕਈ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਸਿੱਖ ਹੈਰੀਟੇਜ, ਸਿੱਖ ਅਮਰੀਕਨ ਅਵੇਅਰਨੈਸ, ਸਿੱਖ ਕੋਲੀਸ਼ਨ, ਇਹਨਾਂ ਨੇ ਫਲਾਇਰ ਵੀ ਬਣਾਏ ਹੋਏ ਹੈਗੇ ਆ। ਉਹ ਪ੍ਰਿੰਟ ਕਰਕੇ ਜਿਹੜੇ ਆ ਤੁਸੀਂ ਬੱਚੇ ਦੇ ਸਕੂਲ 'ਚ ਵੀ ਲਿਜਾ ਸਕਦੇ ਹੋ। ਜੀ ਬਿਲਕੁਲ। ਸੋ ਇਹ 13ਵਾਂ ਸਾਲ ਆ। ਬਹੁਤ ਵਧੀਆ ਜਿਹੜਾ ਇਹ ਉਪਰਾਲਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਇਦਾਂ ਦੇ ਉਪਰਾਲੇ ਆਲਰੇਡੀ ਜਿਹੜੇ ਚੱਲ ਰਹੇ ਆ। ਕਈ ਜਿਹੜੀਆਂ ਸਕੂਲ ਡਿਸਟ੍ਰਿਕਟਸ, ਚਾਹੇ ਉਹ ਸੈਲਮਾ ਵਰਗੀ ਆ ਜਾਂ ਹੋਰ ਥਾਵਾਂ ਦੇ ਉੱਤੇ, ਇਹਨਾਂ ਨੇ ਜਿਹੜੇ ਉਪਰਾਲੇ ਕੀਤੇ ਆ। ਜਿੱਥੇ ਜਿੱਥੇ ਵੀ ਇਹ ਉਪਰਾਲੇ ਹੋ ਰਹੇ ਆ, ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆ। ਉਦਾਂ ਇਹ ਨਾ ਸੋਚਿਆ ਜਾਵੇ ਵੀ ਸਿੱਖਾਂ ਦੇ ਲਈ 1 ਮਹੀਨੇ ਦੇ ਨਾਲ ਜਿਹੜੀ ਆ ਉਹ ਕੰਮ ਹੋ ਜਾਂਦਾ ਹੈ, ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਇੱਕ ਇਹ ਆਈਡੀਆ ਆ। ਉਹ ਤਾਂ 12 ਦੇ 12 ਮਹੀਨੇ ਹੀ ਸਾਰੇ ਆਪਾਂ ਸੇਮ ਹੀ ਆ, ਪਰ ਜਿਹੜੀਆਂ ਮਾਈਨੋਰਟੀਜ਼ ਨੂੰ ਇਸ ਦੇ ਨਾਲ ਥੋੜ੍ਹੀ ਜਿਹੀ ਜ਼ਿਆਦਾ ਜਿਹੜੀ ਪ੍ਰੈਜ਼ੈਂਸ ਆ ਜਾਂ ਉਹਨਾਂ ਬਾਰੇ ਜਿਹੜਾ ਪਤਾ ਲੱਗਣਾ ਸ਼ੁਰੂ ਹੁੰਦਾ ਆ। ਇੱਦਾਂ ਦੀਆਂ ਖਬਰਾਂ ਆਉਣ ਦੇ ਨਾਲ ਆਮ ਨਿਊਜ਼ ਚੈਨਲਸ ਤੋਂ ਲੈ ਕੇ ਲੋਕਲ ਨਿਊਜ਼ ਚੈਨਲਸ ਦੇ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ ਤੇ ਲੋਕਾਂ ਨੂੰ ਸਿੱਖਾਂ ਦੇ ਬਾਰੇ ਹੋਰ ਪਤਾ ਲੱਗਦਾ ਆ। ਸੋ ਜਿਨ੍ਹਾਂ ਉਹਨਾਂ ਅਦਾਰਿਆਂ ਨੇ ਇਸ ਮੁਹਿੰਮ ਦੇ ਵਿੱਚ, ਸ਼ੁਰੂਆਤ ਦੇ ਵਿੱਚ ਇਸ ਨੂੰ ਅਪਰੂਵ ਕਰਾਉਣ ਦੇ ਵਿੱਚ ਯੋਗਦਾਨ ਪਾਇਆ ਸੀ, ਉਹਨਾਂ ਸਾਰਿਆਂ ਦਾ ਅਸੀਂ ਜਿਹੜਾ ਉਹ ਧੰਨਵਾਦ ਕਰਦੇ ਹੈਗੇ ਆ। ਸੋ ਮੇਨ ਮਕਸਦ ਇਹਦਾ ਇਹੀ ਆ ਵੀ ਆਪਾਂ ਸਿੱਖ ਹਿਸਟਰੀ ਬਾਰੇ, ਸਿੱਖ ਕਲਚਰ ਬਾਰੇ ਦੱਸਣਾ ਆ ਤੇ ਸਟੈਂਡ ਟੂਗੈਦਰ ਅਗੇਂਸਟ ਹੇਟ ਤੇ ਇਨਟੋਲਰੈਂਸ। ਬਹੁਤ ਸਾਰੇ ਸ਼ਹਿਰਾਂ 'ਚ ਜਿਨ੍ਹਾਂ 'ਚ ਪ੍ਰੋਕਲਾਮੇਸ਼ਨ ਹੋ ਰਹੀ ਆ, ਜ਼ਰੂਰ ਸਾਨੂੰ ਦੱਸ ਦਿਆ ਕਰੋ ਤਾਂ ਕਿ ਆਪਣੇ ਸਰੋਤਿਆਂ ਨੂੰ ਪਤਾ ਲੱਗੇ। ਪਿਛਲੇ ਦਿਨਾਂ 'ਚ ਮਾਊਂਟਨ ਹਾਊਸ ਸ਼ਹਿਰ ਨੇ ਵੀ ਜਿਹੜਾ ਸਿੱਖ ਅਵੇਅਰਨੈਸ ਮੰਥ ਮਨਾਇਆ। ਸੋ ਕੀ ਹੁੰਦਾ, ਯੂਜ਼ਲੀ ਮੇਅਰ ਆਉਂਦਾ ਆ, ਸਿਟੀ ਕੌਂਸਲ ਹੁੰਦੀ ਆ, ਲੋਕਲ ਕਮਿਊਨਿਟੀ ਹੁੰਦੀ ਆ, ਪ੍ਰੋਕਲਾਮੇਸ਼ਨ ਦਿੱਤੀ ਜਾਂਦੀ ਆ। ਸੋ ਲੋਕਲ ਟੀਵੀ 'ਚ, ਰੇਡੀਓ, ਲੋਕਲ ਅਖਬਾਰਾਂ 'ਚ ਆਉਂਦਾ, ਦਸਤਾਰ ਵਾਲੇ ਬੰਦੇ ਆ, ਪਤਾ ਲੱਗਦਾ ਹੈਗਾ ਵੀ ਕਿਹੜੇ ਇਹ ਲੋਕ ਹੈਗੇ ਆ, ਤਾਂ ਕਿ ਜਿਹੜਾ ਹੇਟ ਕ੍ਰਾਈਮ ਆ ਉਸ ਨੂੰ ਘਟਾਇਆ ਜਾ ਸਕੇ। ਜੀ ਬਿਲਕੁਲ ਬਿਲਕੁਲ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਫਰੀਮੌਂਟ ਤੋਂ ਆ ਰਹੀ ਆ। ਉੱਥੋਂ ਦੀ ਜਿਹੜੀ ਲੋਕਲ ਪੁਲਿਸ ਡਿਪਾਰਟਮੈਂਟ, ਉਹਨਾਂ ਨੇ ਇੱਕ ਭਾਰਤੀ ਮੂਲ ਦੀ ਜਿਹੜੀ ਬੀਬੀ ਆ, ਉਹ ਗਵਾਚੀ ਹੋਈ ਮਿਸਿੰਗ ਪਰਸਨ ਦੇ ਤੌਰ ਦੇ ਉੱਤੇ ਉਹਨਾਂ ਨੇ ਪਾਇਆ ਆ। ਉਹਨਾਂ ਦਾ ਨਾਮ ਸੁੰਦਰਾਮਾ ਮਹਾਦੇਵੱਪਾ ਆ। 67 ਸਾਲਾਂ ਦੀ ਆ। ਇਹ ਏਸ਼ੀਅਨ ਮੂਲ ਦੀ, ਸਾਊਥ ਏਸ਼ੀਅਨ ਮੂਲ ਦੀ, ਭਾਰਤੀ ਮੂਲ ਦੀ ਆ। 5 ਫੁੱਟ 6 ਇੰਚ ਉਸਦਾ ਕਹਿੰਦੇ ਕੱਦ ਦਾ, 150 ਪਾਊਂਡ ਉਸਦਾ ਭਾਰ ਆ। ਲਾਸਟ ਟਾਈਮ ਇਹ ਮਿਸ਼ਨ ਤੇ ਕੈਨੀਅਨ ਹਾਈਟ, ਜੋ ਕਿ ਫਰੀਮੌਂਟ ਤੇ ਆ, ਉੱਥੇ ਪੈਦਲ ਚੱਲਦੇ ਹੋਏ ਦੇਖੇ ਗਏ ਸੀ। ਇਹ ਦੁਪਹਿਰ 12 ਵਜੇ ਦੀ ਇਹ ਗੱਲ ਆ। ਉਸ ਇਲਾਕੇ ਦੇ ਵਿੱਚ ਕਹਿੰਦੇ ਵੀ ਉਹ ਨਵੇਂ ਸੀ, ਉਹਨਾਂ ਦੇ ਕੋਲ ਸੈਲੂਲਰ ਫੋਨ ਵੀ ਨਹੀਂ ਆ, ਤੇ ਕਹਿੰਦੇ ਵੀ ਜੇ ਕਿਸੇ ਨੂੰ ਵੀ ਇਹਨਾਂ ਦੇ ਬਾਰੇ ਪਤਾ ਹੋਵੇ, ਸੁੰਦਰਾਮਾ ਮਹਾਦੇਵੱਪਾ ਦੇ ਬਾਰੇ, ਤਾਂ ਉਹ ਪੁਲਿਸ ਨੂੰ ਕਾਲ ਕਰ 911 ਕਾਲ ਕਰ ਸਕਦੇ ਆ, ਜਾਂ 5107906800 ਆਪਸ਼ਨ 3 ਦੇ ਉੱਤੇ ਕਾਲ ਕਰ ਸਕਦੇ। ਜਿਹੜੇ ਸਾਡੇ ਨਾਲ ਇਸ ਟਾਈਮ YouTube, Facebook ਤੇ ਜੁੜੇ ਆ, ਉਹਨਾਂ ਦੀ ਤਸਵੀਰ ਅਸੀਂ ਜਿਹੜੀ ਆ
ਉਹ ਇਸ ਟਾਈਮ ਲਗਾਈ ਹੋਈ ਆ, ਤਾਂ ਜੋ ਜੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਉਹਨਾਂ ਦੇ ਬਾਰੇ ਜਿਹੜਾ ਉਹ ਪਤਾ ਜੇ ਲੱਗਦਾ ਆ ਤਾਂ ਦੱਸੋ, ਅੱਗੇ ਤੋਂ ਅੱਗੇ ਸ਼ੇਅਰ ਕਰ ਲਓ। ਅਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਉੱਤੇ ਵੀ ਉਹ ਜਿਹੜੀ ਪੋਸਟ ਆ ਉਹ ਸ਼ੇਅਰ ਕਰ ਦਿੰਦੇ ਆ, ਤਾਂ ਜੋ ਉਹਨਾਂ ਦੇ ਬਾਰੇ ਜਿਹੜਾ ਜੇ ਕਿਸੇ ਨੂੰ ਪਤਾ ਲੱਗੇ ਤਾਂ ਉਹ ਪਤਾ ਲੱਗ ਸਕੇ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇੱਕ ਮੇਜਰ ਇਹ ਲੈ ਕੇ ਆਏ ਸੀ, ਜਿਹਦੇ ਵਿੱਚ $400 ਮਿਲੀਅਨ ਸਕੂਲ ਨੂੰ ਮਿਲਣਾ ਸੀ। ਤੇ ਸੋ ਲੱਗ ਰਿਹਾ ਕਹਿੰਦੇ ਭਈ ਉਹ ਜਿਹੜਾ ਮੇਜਰ ਆ ਉਹ ਪਾਸ ਹੋ ਜਾਊਗਾ, ਜਾਣੀ ਕਿ ਇਹ ਪ੍ਰੋਪੋਜੀਸ਼ਨ ਪਾਸ ਹੋ ਜਾਊਗੀ। ਸੋ ਇੱਕ ਜਿਹੜਾ ਬੌਂਡ ਆ, ਬਿਗੇਸਟ ਬੌਂਡ $180 ਮਿਲੀਅਨ ਦਾ, ਇਹਦੇ ਨਾਲ ਕਲੋਵਿਸ ਸਾਊਥ ਹਾਈ ਸਕੂਲ ਦੇ ਜਿਹੜੇ ਪ੍ਰੋਜੈਕਟਸ ਆ, ਟੈਰੀ ਬ੍ਰੈਡਲੀ ਐਜੂਕੇਸ਼ਨ ਸੈਂਟਰ, ਸਾਊਥ ਈਸਟਰਨ ਪੋਰਸ਼ਨ ਆਫ ਡਿਸਟ੍ਰਿਕਟ ਤੇ $24 ਮਿਲੀਅਨ ਹੋਰ ਨੈਲਸਨ ਐਲੀਮੈਂਟਰੀ ਸਕੂਲ ਨੂੰ ਰੈਨੋਵੇਟ ਕਰਨ ਨੂੰ ਲੱਗਣਗੇ। 18,500 ਵੋਟਾਂ ਜਿਹੜੀਆਂ ਕਾਊਂਟ ਕਰਨ ਵਾਲੀਆਂ ਹੈਗੀਆਂ, ਪਰ ਜਿੰਨੇ ਕੁ ਹੁਣ ਤੱਕ ਰਿਜ਼ਲਟ ਆਏ ਆ ਉਹਨਾਂ ਦੇ ਮੁਤਾਬਕ 54.72% ਦੇ ਨਾਲ ਇਹ ਪ੍ਰੋਪੋਜੀਸ਼ਨ ਅੱਗੇ ਜਾ ਰਹੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰੀਏ, ਸੈਂਟਾ ਕਲਾਰਾ ਦੇ ਵਿੱਚ ਕਹਿੰਦੇ ਵੀ ਇਨਵੇਸਿਵ ਮਸਕੀਟੋ ਮੱਛਰ ਜਿਹੜੇ ਆ ਉਹਨਾਂ ਨੇ ਦਸਤਕ ਦਿੱਤੀ ਆ। ਇਹ ਕਹਿੰਦੇ ਵੀ ਇਹ ਬਾਹਰੋਂ ਆਏ ਨੇ ਤੇ ਇਹਨਾਂ ਦੇ ਨਾਲ ਕਈ ਤਰੀਕੇ ਦੀਆਂ ਬਿਮਾਰੀਆਂ ਫੈਲ ਸਕਦੀਆਂ ਨੇ। ਇੱਥੋਂ ਦੇ ਜਿਹੜੇ ਹੈਲਥ ਅਧਿਕਾਰੀ ਆ ਉਹਨਾਂ ਨੇ ਦੱਸਿਆ ਆ, ਹੁਣ ਤੱਕ ਕਹਿੰਦੇ ਵੀ ਇਹ ਨਵੀਂ ਬਰੀਡ ਦੇਖੀ ਗਈ ਆ। ਇਹ ਵੀਰਵਾਰ ਨੂੰ ਹੀ ਅੱਜ ਇਹਨਾਂ ਨੇ ਅਨਾਉਂਸ ਕੀਤਾ ਵੀ ਚੌਥੀ ਲੋਕੇਸ਼ਨ ਲੱਭੀ ਉਹਨਾਂ ਨੂੰ ਸੈਨੋਜ਼ੇ ਦੇ ਵਿੱਚ, ਜਿੱਥੇ ਇਹ ਮੱਛਰ ਆਏ ਆ। ਆਲਰੇਡੀ ਆਪਾਂ ਨੂੰ ਪਤਾ ਵੀ ਜਿਹੜਾ ਵੈਸਟ ਨਾਈਲ ਜਿਹੜਾ ਵਾਇਰਸ ਆ ਉਸ ਦੇ ਕਰਕੇ ਕਿੰਨੀਆਂ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਕਈ ਵਾਰੀ ਤਾਂ ਕਈਆਂ ਦੀ ਜਾਨ ਵੀ ਜਿਹੜੀ ਉਹ ਚਲੇ ਜਾਂਦੀ ਆ। ਹੁਣ ਇਸ ਦੀ ਇਹ ਜਿਹੜੀ ਜਾਂਚ ਚੱਲਦੀ ਆ ਵੀ ਇਹ ਜਿਹੜੇ ਮੱਛਰ ਆ ਪਹੁੰਚੇ ਜਿਹੜੇ ਉਹ ਕਿੱਦਾਂ ਆ। ਸੋ ਫਾਰ ਜਿਹੜੀਆਂ 6 ਲੋਕੇਸ਼ਨ ਆ, ਓਕ ਹਿੱਲ ਫਿਊਨਰਲ ਹੋਮ, ਮੈਮੋਰੀਅਲ ਪਾਰਕ, ਕਾਟੇਜ ਐਵਨਿਊ, ਔਰਲੈਂਡੋ ਡਰਾਈਵ, ਸੈਂਟਾ ਕਲਾਰਾ ਦੇ ਤੇ ਗਿਲਰੋਏ ਤੇ ਈਸਟ ਸੈਨ ਹੋਜ਼ੇ ਦੇ ਵਿੱਚ ਇਹ ਨਵੀਂ ਬਰੀਡ ਦੇ ਜਿਹੜੇ ਮੱਛਰ ਆ ਉਹ ਪਾਏ ਗਏ ਆ। ਜਿਹੜੇ ਕਾਉਂਟੀ ਅਧਿਕਾਰੀ ਦੱਸ ਰਹੇ ਆ ਵੀ ਇਹ ਜਿਹੜੇ ਮੱਛਰ ਦੇ ਕਰਕੇ ਡੇਂਗੂ, ਚਿਕਨਗੁਨੀਆ, ਜ਼ੀਕਾ ਤੇ ਯੈਲੋ ਫੀਵਰ ਵਰਗੀਆਂ ਜਿਹੜੀਆਂ ਬਿਮਾਰੀਆਂ ਆ, ਘਾਤਕ ਬਿਮਾਰੀਆਂ ਹੋ ਸਕਦੀਆਂ ਆ। 2024 ਦੇ ਵਿੱਚ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ 12 ਕੇਸ ਜਿਹੜੇ ਲੋਕਲੀ ਐਕਵਾਇਰਡ ਡੇਂਗੂ ਦੇ ਜਿਹੜੇ ਉਹ ਦੱਸੇ ਆ, ਤੇ ਇਹ ਮੱਛਰ ਉਹ ਅੱਗੇ ਤੋਂ ਅੱਗੇ ਇਸ ਨੂੰ ਫੈਲਾ ਸਕਦੇ ਨੇ। ਸੋ ਇਸ ਦੇ ਲਈ ਹੁਣ ਸਾਰਿਆਂ ਨੂੰ ਸਤਰਕ ਰਹਿਣ ਦੇ ਲਈ ਆਖਿਆ ਗਿਆ ਆ। ਸੋ ਕਹਿੰਦੇ ਵੀ ਕਾਉਂਟੀ ਅਧਿਕਾਰੀ ਉਹਨਾਂ ਨੇਬਰਹੁਡਸ ਦੇ ਵਿੱਚ ਪਹੁੰਚ ਕੇ ਇਹਨਾਂ ਦੀ ਜਿਹੜੀ ਟ੍ਰੀਟਮੈਂਟ ਆ ਉਹ ਕਰਨਗੇ ਜੀ। ਅਗਲੀ ਖਬਰ ਵੱਲ ਚਲੀਏ ਤੇ ਸਾਊਥ ਵੈਸਟ 에ਅਰਲਾਈਨ ਨੇ ਕਾਫੀ ਜ਼ਿਆਦਾ ਜਿਹੜੀਆਂ ਫਲਾਈਟਸ ਆ ਉਹ ਸੈਕਰਾਮੈਂਟੋ ਦਾ ਜਿਹੜਾ 에ਅਰਪੋਰਟ ਆ ਉੱਥੇ ਐਡ ਕੀਤੀਆਂ ਹੈਗੀਆਂ। ਆਉਣ ਵਾਲੇ ਗਰਮੀਆਂ 'ਚ ਇਹ ਜੋ ਫਲਾਈਟਸ ਹੈਗੀਆਂ ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਤੋਂ ਵੱਖ-ਵੱਖ ਸ਼ਹਿਰਾਂ ਨੂੰ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਸੈਕਰਾਮੈਂਟੋ ਦਾ ਏਰੀਆ ਐਕਸਪੈਂਡ ਬੜਾ ਹੋ ਰਿਹਾ ਹੈਗਾ। ਸੋ ਨਵੀਆਂ ਜਿਹੜੀਆਂ ਫਲਾਈਟਸ ਆ ਉਹ ਔਰਲੈਂਡੋ ਇੰਟਰਨੈਸ਼ਨਲ 에ਅਰਪੋਰਟ ਨੂੰ, ਬਾਲਟੀਮੋਰ, ਵਾਸ਼ਿੰਗਟਨ ਇੰਟਰਨੈਸ਼ਨਲ, ਥਰਗੁੱਡ ਮਾਰਸ਼ਲ 에ਅਰਪੋਰਟ ਉੱਥੇ ਜਾਊਗੀਆਂ, ਕਿਉਂਕਿ ਸੈਕਰਾਮੈਂਟੋ ਕੈਪੀਟਲ ਆ। ਵਾਸ਼ਿੰਗਟਨ DC ਨੂੰ ਪੋਲੀਟੀਸ਼ੀਅਨ ਵੀ ਤੁਰੇ ਰਹਿੰਦੇ ਬਹੁਤ। ਸੋ ਇਹ ਜਿਹੜੀ ਫਲਾਈਟ ਆ ਸਿੱਧੀ ਫਲਾਈਟ ਹੋਊਗੀ, ਸੋ ਇਹਦੇ ਨਾਲ ਕਾਫੀ ਜਿਹੜਾ ਫਾਇਦਾ ਹੋਊਗਾ। ਪਰ ਦੂਸਰੇ ਪਾਸੇ ਸਾਊਥ ਵੈਸਟ ਜਿਹੜੀ 에ਅਰਲਾਈਨ ਹੈਗੀ ਆ, ਅੱਜ ਦੂਸਰੀ ਵਾਰੀ ਇਹਨਾਂ ਦਾ ਇੱਕ ਜਹਾਜ਼ ਐਮਰਜੈਂਸੀ ਲਾਣਾ ਪਿਆ, ਐਮਰਜੈਂਸੀ ਲੈਂਡਿੰਗ ਕਰਨੀ ਪਈ ਉਸ ਦੀ ਬੇ ਏਰੀਏ ਦੇ ਵਿੱਚ। ਸਾਊਥ ਵੈਸਟ 에ਅਰਲਾਈਨ ਆਊਟ ਆਫ ਓਕਲੈਂਡ ਇਸ ਨੂੰ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਨੀ ਪਈ ਅੱਜ ਨਹੀਂ, ਸੌਰੀ ਵੈਡਨਸਡੇ ਨੂੰ, ਕੱਲ ਜਾਣੀ ਕਿ। ਤੇ ਇਹ ਦੂਜਾ ਚਾਂਸ ਹੋ ਗਿਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਕਹਿੰਦੇ ਵਿੰਗਸ ਦੇ ਵਿੱਚ ਕੋਈ ਪ੍ਰੋਬਲਮ ਸੀਗੀ। ਸੋ ਇਹ ਜਿਹੜਾ ਇਸ਼ੂ ਆ ਇਹ ਵੀ ਆ ਰਿਹਾ ਆ। ਇਸ ਤੋਂ ਪਹਿਲਾਂ ਜਿਹੜਾ ਸੀ ਉਹ ਸਾਊਥ ਵੈਸਟ ਦੀ ਫਲਾਈਟ ਸੈਨੋਜ਼ੇ ਦਾ ਜਿਹੜਾ ਮਨੇਟਾ ਇੰਟਰਨੈਸ਼ਨਲ 에ਅਰਪੋਰਟ ਆ ਉੱਥੇ ਇੰਜਨ ਦੀ ਪ੍ਰੋਬਲਮ ਆਈ ਸੀ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਰਿਚਮੰਡ ਦਾ ਗੈਂਗ ਮੈਂਬਰ ਸੀ ਜਿਸ ਨੂੰ ਸਵੀਅਰ ਓਬੈਸਿਟੀ, ਮੋਟਾਪੇ ਦੇ ਕਰਕੇ ਜੇਲ੍ਹ ਚੋਂ ਕੱਢਿਆ ਗਿਆ ਸੀਗਾ, ਤੇ ਹੁਣ ਕਹਿੰਦੇ ਵੀ ਫੇਰ ਜੁਰਮ ਕਰਕੇ ਜਿਹੜੀ ਆ ਨਵੀਂ ਪ੍ਰਿਜ਼ਨ ਟਰਮ ਦੁਬਾਰਾ ਜੇਲ੍ਹ ਦੇ ਵਿੱਚ ਵਾਪਸ ਜਿਹੜਾ ਹੋ ਆਇਆ ਆ। ਲਿਪੀਨ ਫਫੀਓ 29 ਸਾਲਾਂ ਦਾ ਆ। 2020 ਦੇ ਵਿੱਚ ਇਸ ਨੂੰ ਜੱਜ ਨੇ ਇਹ ਕਹਿ ਕੇ ਉਸ ਦੀ ਮੈਡੀਕਲ ਹਾਲਾਤ ਨੂੰ ਦੇਖਦੇ ਹੋਏ ਛੱਡ ਦਿੱਤਾ ਸੀਗਾ। ਕਹਿੰਦੇ ਵੀ ਜੇ ਪ੍ਰਿਜ਼ਨ 'ਚ ਰਹਿੰਦਾ ਤੇ ਇਹਨੂੰ COVID-19 ਹੋ ਜਾਣਾ ਆ, ਸਵੀਅਰ ਇਸ ਨੂੰ ਓਬੈਸਿਟੀ ਆ, ਤੇ ਇਸ ਲਈ ਇਸ ਨੂੰ ਅਸੀਂ ਛੱਡ ਰਹੇ ਹਾਂ। ਤੇ ਹੁਣ ਕਹਿੰਦੇ ਵੀ ਇਹ ਦੁਬਾਰਾ ਜੇਲ੍ਹ ਦੀ ਸੈਰ ਕਰਨ ਦੇ ਲਈ, ਹਵਾ ਖਾਣ ਦੇ ਲਈ
ਪਹੁੰਚ ਰਿਹਾ ਹੈਗਾ। 51 ਮਹੀਨਿਆਂ ਦੀ ਸਜ਼ਾ ਹੋਈ ਆ ਤੇ ਇਹਨੇ ਜਿਹੜੀ ਪੋਜੈਸ਼ਨ ਆਫ ਫਾਇਰ ਆਰਮ ਦੀ ਜਿਹੜੀ ਫੈਲਨੀ ਆ ਉਹ ਕੀਤੀ ਸੀਗੀ। 2018 ਦੇ ਵਿੱਚ ਇਸੇ ਹੀ ਚਾਰਜ ਦੇ ਵਿੱਚ ਉਦੋਂ ਅੰਦਰ ਗਿਆ ਸੀ। ਉਦੋਂ 4 ਸਾਲ ਦੀ ਸਜ਼ਾ ਸੀ, ਪਰ ਉਸ ਨੂੰ ਕੱਟ ਸ਼ਾਰਟ ਕਰ ਦਿੱਤਾ ਗਿਆ ਸੀ। ਰੈਕਡ ਜਿਹੜੇ ਆ ਇਹ ਦਰਸਾਉਂਦੇ ਨੇ। ਸੋ ਇਹ ਇੱਕ ਕਹਿੰਦੇ ਵੀ ਦੇਖਿਆ ਗਿਆ ਵੀ ਇੱਕ ਇੰਡੀਕਾ ਟਰੀ 4 ਗੈਂਗ ਦੇ ਨਾਲ ਜਿਹੜਾ ਉਹ ਸੰਬੰਧਿਤ ਹੈਗਾ ਆ। ਸੋ ਜਿਹੜਾ ਫਫੀਊ ਦਾ ਲਾਇਰ ਉਹ ਕਹਿੰਦਾ ਵੀ ਇਹ ਲੋ ਰਿਸਕ ਬੰਦਾ ਆ, ਇਸਨੇ ਰੀਅਫੈਂਡ ਕਰਨ ਦੇ ਲਈ, ਪਰ ਆਪਣੇ ਸਾਹਮਣੇ ਹੀ ਆ ਵੀ ਓਬੈਸਿਟੀ ਦੇ ਕਰਕੇ ਬਾਹਰ ਪਹੁੰਚਿਆ ਤੇ ਫਿਰ ਉਹੀ ਜੁਰਮ ਕਰਕੇ ਇਹ ਅੰਦਰ ਚਲਾ ਗਿਆ। ਜੀ, ਕੈਲੀਫੋਰਨੀਆ ਦੇ ਵਿੱਚ ਹਜੇ ਵੀ ਜਿਹੜੇ ਸਟੋਰ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵੱਧ ਰਿਹਾ ਹੈਗਾ। ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ, ਪਲੀਜ਼ ਮੇਕ ਸ਼ੋਰ ਕਰਿਆ ਕਰੋ ਤੁਹਾਡੇ ਜਿਹੜੇ ਗੈਸ ਸਟੇਸ਼ਨ, ਸਟੋਰ ਓਨਰਸ ਜਾਂ ਸਾਬੇ ਜਾਂ ਹੋਰ ਸਮਾਲ ਰੈਸਟੋਰੈਂਟ ਓਨਰਸ ਹੈਗੇ ਆ, ਰੋਬਰੀਆਂ ਹਜੇ ਵੀ ਬਹੁਤ ਹੋ ਰਹੀਆਂ। ਫਰਿਜ਼ਨੋ ਦੇ ਵਿੱਚ ਇੱਕ ਲਟੀਨੋ ਲਿਕਰ ਕਰਕੇ ਉੱਥੇ ਕਹਿੰਦੇ ਭਈ ਰੋਬਰੀ ਹੋਈ ਆ। ਫਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਬੰਦਾ ਉੱਥੇ ਜੋ ਬਟਲਰ ਐਵਨਿਊ ਤੇ ਹੈਜ਼ਲਵੁੱਡ ਬੁਲੇਵਰਡ ਦੇ ਉੱਤੇ ਹੈਗਾ, ਰਾਈਫਲ ਉਹ ਬੰਦੇ ਨੇ ਜੋ ਸਟੋਰ ਦਾ ਕਲਰਕ ਸੀ ਉਹਦੇ ਉੱਤੇ ਰੱਖ ਦਿੱਤੀ ਤੇ ਉਹ ਤੋਂ ਬਾਅਦ ਉਹਨੂੰ ਜਿਹੜਾ ਆ ਲੁੱਟ ਕੇ ਲੈ ਗਿਆ। $1000 ਤੋਂ ਵੱਧ ਦਾ ਜਿਹੜਾ ਕੈਸ਼ ਸੀਗਾ ਉਹਦੇ ਕੋਲ। ਇਸ ਤੋਂ ਬਿਨਾਂ ਇੱਕ ਐਂਟੀਓਕ ਦੇ ਵਿੱਚ ਕੁਛ ਦਿਨ ਪਹਿਲਾਂ ਸੋਮਵਾਰ ਨੂੰ ਮੇਰੇ ਖਿਆਲ ਨਾਲ ਉੱਥੇ ਸ਼ੂਟਿੰਗ ਹੋਈ। ਉਹਨਾਂ ਨੇ ਇੱਕ ਸਟੋਰ ਕਲਰਕ ਜਿਹੜਾ ਆ ਉਹਦੇ ਉੱਤੇ ਜਿਹੜੀ ਆ ਗੋਲੀ ਚਲਾ ਦਿੱਤੀ। ਲੱਕਲੀ ਜਿਹੜਾ ਸਟੋਰ ਕਲਰਕ ਆ ਉਹ ਹਜੇ ਹਸਪਤਾਲ 'ਚ ਆ, ਸਰਵਾਈਵ ਕਰ ਗਿਆ। ਪੈਪਰ ਟਰੀ ਵੇ ਤੇ ਸਿੱਕਾਮੋਰ ਡਰਾਈਵ ਉੱਥੇ ਇਸ ਜਿਹੜੇ ਇੰਟਰਸੈਕਸ਼ਨ ਆ, ਇੱਥੇ ਜਿਹੜਾ ਇੱਕ ਲਿਕਰ ਸਟੋਰ ਆ ਉੱਥੇ ਇਹ ਘਟਨਾ ਜਿਹੜੀ ਵਾਪਰੀ ਹੈਗੀ ਆ। ਐਂਟੀਓਕ ਦੇ ਮੇਅਰ ਲਮਾਰ ਹਰਨਾਂਡੇਸ ਥੋੜਪੇ ਉਹਨਾਂ ਨੇ ਕਿਹਾ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਆ ਉਹ ਹੁਣ ਵੱਖ-ਵੱਖ ਜਿਹੜੇ ਬਿਜ਼ਨੈਸਸ ਆ ਉੱਥੇ ਹਾਜ਼ਰੀ ਆਪਣੀ ਭਰਦੀ ਰਹੂਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਭਈ, ਸਰਕਾਰ ਚਾਹੇ ਫੈਡਰਲ ਲੈਵਲ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਆ ਗਈ ਆ, ਕੈਲੀਫੋਰਨੀਆ 'ਚ ਹਜੇ ਇੰਨਾ ਇੰਪਰੂਵਮੈਂਟ ਨਹੀਂ ਹੋਇਆ। ਬੜੇ ਧਿਆਨ ਦੇ ਨਾਲ ਜਿਹੜੇ ਸਟੋਰ ਆ ਉਹਨਾਂ ਦੇ ਉੱਤੇ ਕੰਮ ਕਰੋ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਕੈਲੀਫੋਰਨੀਆ ਦਾ ਟੀਨੇਜਰ ਉਸਨੇ ਆਪਣੇ ਦੋਸ਼ ਕਬੂਲੇ ਆ। ਕਹਿੰਦੇ ਵੀ ਉਹਨੇ ਕੱਲੇ ਕੈਲੀਫੋਰਨੀਆ ਨਹੀਂ, ਯੂਐਸ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਸੈਂਕੜੇ ਹੀ ਸਵਾਟਿੰਗ ਕਾਲਸ ਕੀਤੀਆਂ ਸੀ। ਸਵਾਟਿੰਗ ਹੁੰਦੀ ਆ ਤਾਂ ਜੋ ਕਿਸੇ ਪੁਲਿਸ ਡਿਪਾਰਟਮੈਂਟ ਨੂੰ ਇਸ ਹਿਸਾਬ ਦੇ ਨਾਲ ਕਾਲ ਕੀਤੀ ਜਾਂਦੀ ਵੀ ਇੱਕ ਥਾਂ ਦੇ ਉੱਤੇ ਬਹੁਤ ਜ਼ਿਆਦਾ ਕਹਿ ਲਓ ਵੀ ਭਿਆਨਕ ਸਥਿਤੀ ਬਣੀ ਪਈ ਆ ਤੇ ਸਵਾਟ ਟੀਮ ਜਿਹੜੀ ਆ ਉੱਥੇ ਘੱਲ ਦਿੱਤੀ ਜਾਂਦੀ ਆ। ਲੈਨਕਾਸਟਰ ਦਾ ਰਹਿਣ ਵਾਲਾ ਐਲਨ ਡਬਲਿਊ ਫਿਲੀਅਨ, ਉਸਨੇ ਜਿਹੜੇ ਆਪਣੇ ਇਸ ਦੇ ਉੱਤੇ ਲੱਗੇ 4 ਦੋਸ਼ ਨੇ ਉਹਨਾਂ ਨੂੰ ਕਬੂਲਿਆ ਹੈਗਾ ਆ। ਇਹਨੇ ਇੱਕ ਫਲੋਰੀਡਾ ਦੇ ਮਸਜਿਦ ਦੇ ਉੱਤੇ ਵੀ ਜਿਹੜੀ ਸਵਾਟਿੰਗ ਆ ਉਹ ਕਰਵਾਈ ਸੀ। ਇਸ ਤੋਂ ਇਲਾਵਾ ਹੋਰ ਇੰਸਟੀਟਿਊਸ਼ਨ ਤੇ ਇੰਡੀਵਿਜੂਅਲ ਤੇ ਫੈਡਰਲ ਪ੍ਰੋਸੀਕਿਊਟਰਸ ਦੇ ਉਲਟ ਵੀ ਇਹ ਸਵਾਟਿੰਗ ਇਦਾਂ ਗਲਤ ਕਾਲ ਕਰਕੇ ਕਰਵਾਉਂਦਾ ਰਿਹਾ ਹੈਗਾ ਆ। ਸੋ ਯੂਐਸ ਅਟਾਰਨੀ ਆਫਿਸ ਨੇ ਕਿਹਾ ਆ ਵੀ ਇਸਨੇ ਹੁਣ ਤੱਕ 375 ਸਵਾਟਿੰਗ ਕਾਲਸ ਜਾਂ ਥ੍ਰੈਟ ਕਾਲਸ ਅਗਸਤ 2022 ਤੋਂ ਲੈ ਕੇ ਜਨਵਰੀ 2024 ਦੇ ਦਰਮਿਆਨ ਕੀਤੀਆਂ ਨੇ। ਇੱਕ ਵਾਰੀ ਤਾਂ ਇਹਨੇ ਇੱਥੋਂ ਤੱਕ ਵੀ ਦਾਅਵਾ ਕਰ ਦਿੱਤਾ ਸੀ ਵੀ ਇਹਨਾਂ ਟਾਰਗੇਟਡ ਲੋਕੇਸ਼ਨਸ ਦੇ ਉੱਤੇ ਬੰਬ ਪਲਾਂਟ ਕੀਤਾ ਆ ਤੇ ਉਹਨੇ ਇਹ ਕਿਹਾ ਸੀਗਾ ਵੀ ਮੈਂ ਡੈਟੋਨੇਟ ਕਰ ਦੂੰਗਾ ਬੰਬ। ਮਾਸ ਸ਼ੂਟਿੰਗਸ ਜਿਹੜੀਆਂ ਦੇ ਉਸ ਤੇ ਵੀ ਇਸ ਤਰੀਕੇ ਨਾਲ ਥ੍ਰੈਟ ਦਿੰਦਾ ਰਿਹਾ। ਲੱਗਦਾ ਵੀ ਇਹ ਕਮਲਾ ਹੀ ਸੀਗਾ ਜਿਹਨੇ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਤੇ ਹੁਣ ਇਵੈਂਚੁਅਲੀ ਹੱਥੇ ਚੜਿਆ ਆ ਤੇ ਉਹਨੇ ਆਪਣੇ ਦੋਸ਼ਾਂ ਨੂੰ ਕਬੂਲ ਲਿਆ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 40.5 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 30 ਪੈਸੇ। ਤੇ ਇੰਡੀਆ ਦਾ ਜਿਹੜਾ ਰੁਪਈਆ ਆ ਉਹ ਦਵਾ ਦਵ ਥੱਲੇ ਨੂੰ ਜਿਹੜਾ ਜਾ ਰਿਹਾ ਹੈਗਾ। ਅੱਜ $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 46 ਪੈਸੇ ਰਹੇ ਆ। ਜੀ, ਡਾਓ ਜੋਨ ਅੱਜ 207 ਪੁਆਇੰਟ ਘਟ ਕੇ 43,751 ਤੇ ਬੰਦ ਹੋਇਆ। S&P ਜਿਹੜਾ 36 ਪੁਆਇੰਟ ਘਟ ਕੇ 59,049 ਤੇ। ਨੈਸਡੈਕ 123 ਪੁਆਇੰਟ ਘਟ ਕੇ 19,108 ਦੇ ਉੱਤੇ। ਸੋਨੇ ਦਾ ਭਾਅ $2569 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ। 10 ਈਅਰ ਯੀਲਡ 4.46%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $87,938, ਇਥੀਰੀਅਮ $3,061 ਦੇ ਬਰਾਬਰ ਚੱਲ ਰਿਹਾ ਆ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਦੱਸ ਜਾਈਏ, ਇਸ ਤੋਂ ਬਾਅਦ ਦੇ ਵਿੱਚ ਆਪਾਂ 6 ਤੋਂ 8 ਵਜੇ ਦੇ ਦਰਮਿਆਨ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਆਪਾਂ ਜੁੜਾਂਗੇ
ਜਿੱਥੋਂ ਰਹਿਰਾ ਸਾਹਿਬ ਜੀ ਦੇ ਦੀਵਾਨ ਆਪਾਂ ਸਰਵਣ ਕਰਨੇ ਆ, ਕੀਰਤਨ ਸਮਾਗਮ ਸਰਵਣ ਕਰਨੇ ਆ। ਲਗਾਤਾਰ ਕੱਲ੍ਹ ਦੇ ਪੰਜਾਬੀ ਰੇਡੀਓ USA ਦੇ ਉੱਤੇ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਿਹੜੇ ਸਮਾਗਮ ਆ ਤੁਹਾਡੇ ਲਈ ਪੇਸ਼ ਕੀਤੇ ਜਾ ਰਹੇ ਆ। ਤੇ ਬਾਅਦ ਦੇ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ 8 ਵਜੇ ਤੋਂ 8:30 ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ ਜਿਹੜਾ ਆ ਉਹ ਸੁਣਾਂਗੇ, ਤੇ ਉਸ ਤੋਂ ਬਾਅਦ ਚ ਦੁਬਾਰਾ ਆਪਾਂ ਨਨਕਾਣਾ ਸਾਹਿਬ ਨੂੰ ਰਾਤ ਦੇ ਲਈ ਵੀ ਜਿਹੜਾ ਉੱਥੇ ਆਪਾਂ ਜੁੜਾਂਗੇ। ਸੋ ਕੱਲ ਨੂੰ ਗੁਰਪੁਰਬ ਦਾ ਜਿਹੜਾ ਉੱਥੇ ਦਿਨ ਆ, ਸੋ ਆਪਾਂ ਸਾਰਿਆਂ ਨੂੰ ਪਹਿਲਾਂ ਹੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਭੇਂਟ ਕਰਦੇ ਹਾਂ, ਤੇ ਨਨਕਾਣਾ ਸਾਹਿਬ ਦੀ ਕਵਰੇਜ ਦੇ ਨਾਲ ਜੁੜਨਾ ਜਿਹੜਾ ਉਹ ਨਾ ਭੁੱਲਣਾ। ਕੁਝ ਕੁ ਵੀਡੀਓਜ਼ ਜਿਹੜੀਆਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਵੀ ਤੁਸੀਂ ਨਨਕਾਣਾ ਸਾਹਿਬ ਤੋਂ ਜਿਹੜੀ ਸਾਡੀ ਟੀਮ ਉੱਥੇ ਪਹੁੰਚੀ ਹੋਈ ਆ ਜਿਹੜੀ ਉਹਨਾਂ ਨੇ ਤਿਆਰ ਕੀਤੀਆਂ ਉਹ ਦੇਖ ਸਕਦੇ ਹੋ। ਜੀ, ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।